ਚੈਨਲ ਪੰਜਾਬੀ ਦੇਖਣ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਅਸੀਂ ਗੱਲਬਾਤ ਕਰਨੀ ਆ ਇੱਕ ਵਿਸ਼ੇ ਦੇ ਉੱਤੇ। ਇਸ ਵੇਲੇ ਜਦੋਂ ਕਿ ਕੋਵਿਡ ਦਾ ਜਿਹੜਾ ਪ੍ਰਕੋਪ ਆ ਉਸੇ ਤਰ੍ਹਾਂ ਜਾਰੀ ਹੈ। ਅਮਰੀਕਾ ਦੇ ਵਿੱਚ ਭਾਵੇਂ ਕਿ ਮੌਤਾਂ ਦੀ ਗਿਣਤੀ ਦੇ ਵਿੱਚ ਕਮੀ ਆ ਰਹੀ ਹੈ, ਨਵੇਂ ਕੇਸਿਸ ਇੱਕ ਮਹੀਨੇ ਤੋਂ ਲਗਾਤਾਰ ਨਹੀਂ ਵਧੇ, ਪਰ ਇਹਦੇ ਨਾਲ ਨਾਲ ਹੀ ਵੈਕਸੀਨ ਨਵੇਂ ਜਿਹੜੇ ਇਹਦੇ ਕਿਸਮਾਂ ਆ ਕੋਵਿਡ ਦੀਆਂ ਉਹ ਸਾਹਮਣੇ ਆ ਰਹੀਆਂ। ਬਹੁਤ ਸਾਰੀਆਂ ਗੱਲਾਂ ਬਾਤਾਂ ਇਹਦੇ ਨਾਲ ਨਵੀਆਂ ਸਾਨੂੰ ਪਤਾ ਲੱਗ ਰਹੀਆਂ। ਹੁਣ ਇਸ ਵੇਲੇ ਸਾਡੀ ਕੀ ਸਥਿਤੀ ਹੈ? ਕੋਵਿਡ ਸਾਡੇ ਆਲੇ ਦੁਆਲੇ ਸਾਰਿਆਂ ਨੂੰ ਹੋ ਚੁੱਕਿਆ ਲਗਭਗ। ਬਹੁਤ ਸਾਰੇ ਤੁਹਾਡੇ ਕਿਸੇ ਨਾ ਕਿਸੇ ਜਾਣ ਪਛਾਣ ਵਾਲੇ ਨੂੰ ਕੋਵਿਡ ਜਿਹੜਾ ਇਸ ਵੇਲੇ ਹੋ ਚੁੱਕਿਆ। ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ, ਮੈਨੂੰ ਵੀ ਇਸ ਵੇਲੇ ਕੋਵਿਡ ਹੋ ਚੁੱਕਿਆ, ਮੈਂ ਵੀ ਕੁਆਰੰਟਾਈਨ ਕਰ ਰਿਹਾ। ਅਸੀਂ ਇਹ ਪ੍ਰੋਗਰਾਮ ਸਟੂਡੀਓ ਤੋਂ ਬਾਹਰੋਂ ਕਰ ਰਹੇ ਹਾਂ। ਜਿਹੜੇ ਮੈਨੂੰ ਆਪਰੇਟ ਕਰ ਰਹੇ ਆ ਉਹਨਾਂ ਨੂੰ ਵੀ ਇਹ ਸਾਡੇ ਜਿਹੜੇ ਕੈਮਰਾਮੈਨ ਅਮਿਤ ਪਨੇਸਰ ਉਹਨਾਂ ਨੂੰ ਵੀ ਕੋਵਿਡ ਹੋ ਚੁੱਕਿਆ। ਉਹ ਵੀ ਰਿਮੋਟਲੀ ਇਹਨੂੰ ਇਸ ਵੇਲੇ ਹੈਂਡਲ ਕਰ ਰਹੇ ਆ। ਕਹਿਣ ਦਾ ਭਾਵ ਕੀ ਹੈ, ਇਹ ਗੱਲ ਦੱਸਣ ਦਾ ਅਰਥ ਇੱਥੇ ਕੀ ਆ ਕਿ ਕੋਵਿਡ ਕਿਤੇ ਨਾ ਕਿਤੇ ਤੁਹਾਡੇ ਜਾਣ ਪਛਾਣ ਆਲੇ ਦੁਆਲੇ ਸਾਰਿਆਂ ਨੂੰ ਹੋ ਚੁੱਕਿਆ ਆ, ਬਹੁਤਿਆਂ ਨੂੰ ਹੋ ਰਿਹਾ। ਵੈਕਸੀਨ ਆ ਗਈ ਆ। ਵੈਕਸੀਨ ਦੇ ਆਉਣ ਦੇ ਵੀ ਵੱਖ-ਵੱਖ ਕਿਸਮਾਂ। ਕੋਈ ਕਹਿੰਦੇ ਜਿਹੜੀ ਇੱਕ ਨਵੀਂ ਆ ਰਹੀ ਹੈ ਐਸਟਰਾਜ਼ੈਨੇਕਾ, ਉਹਦੀ ਇੱਕ ਡੋਜ਼ ਹੀ ਕਾਫੀ ਆ, ਦੂਜਿਆਂ ਦੀ 2 ਲੱਗਣੀ, ਉਹਦੀ 1 ਲੱਗ ਚੁੱਕੀ ਹੈ। ਬਹੁਤ ਸਾਰੀਆਂ ਨਵੀਆਂ ਗੱਲਾਂ ਬਾਤਾਂ ਸਾਡੇ ਸਾਹਮਣੇ ਆ ਰਹੀਆਂ। ਇਹਦੇ ਸੰਬੰਧੀ ਅੱਜ ਅਸੀਂ ਡਾਕਟਰ ਪਾਰਕਰ ਸਿੰਘ ਪੁਰਜੇ ਉਹਨਾਂ ਨਾਲ ਗੱਲਬਾਤ ਕਰਨੀ ਹੈ। ਰੈਗੂਲਰਲੀ ਅਸੀਂ ਉਹਨਾਂ ਕੋਲ ਅਪਡੇਟ ਲੈਂਦੇ ਹਾਂ ਇਸ ਮੁੱਦੇ ਦੇ ਉੱਤੇ। ਅੱਜ ਫਿਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਡੇ ਲਈ ਥੋੜਾ ਜਿਹਾ ਸਮਾਂ ਕੱਢਣ, ਅਸੀਂ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਨੀ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ। ਜੀ ਆਇਆਂ। ਬਹੁਤ ਬਹੁਤ ਧੰਨਵਾਦ ਜਸਕਰਨ ਜੀ ਤੇ ਸਾਰੇ ਦੇਖਣ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਕੀ ਅਪਡੇਟ ਆ ਜੀ? ਇਹ ਕੋਵਿਡ ਲਗਾਤਾਰ ਵਧੀ ਜਾ ਰਿਹਾ, ਵੈਕਸੀਨ ਕਦੋਂ ਤੱਕ ਲੱਗੂਗੀ, ਸਾਰਾ ਕੁਝ ਠੀਕ ਠਾਕ ਕਦੋਂ ਹੋਊਗਾ? ਪਿਛਲੇ ਸਾਲ ਤੋਂ ਜ਼ਿਆਦਾ ਅਸੀਂ ਇਹੀ ਸਵਾਲ ਤੁਹਾਨੂੰ ਪੁੱਛਦੇ ਆ ਰਹੇ ਹਾਂ ਤੇ ਉਹੀ ਸਵਾਲ ਅੱਜ ਫੇਰ ਪੁੱਛਦੇ ਹਾਂ ਜੀ। ਦੇਖੋ, ਕੋਵਿਡ ਦੇ ਜਿਹੜੇ ਦਿਨ ਆ ਉਹ ਗਿਣਤੀ ਮਿੰਤੀ ਦੇ ਰਹਿ ਗਏ ਆ। ਇਹਦਾ ਜਿਹੜਾ ਵੱਡਾ ਪ੍ਰਕੋਪ ਸੀ, ਜਿਹਨੂੰ ਆਪਾਂ ਪੈਂਡੇਮਿਕ ਕਹਿੰਦੇ ਸੀ, ਮਹਾਮਾਰੀ, ਇਹ ਬਦਲ ਕੇ ਐਂਡੇਮਿਕ ਹੋ ਜਾਊਗੀ ਇਸ ਸਾਲ ਦੇ ਅਖੀਰ ਤੱਕ, ਜਦੋਂ ਕੈਨੇਡਾ ਦਾ ਵੈਕਸੀਨ ਪ੍ਰੋਗਰਾਮ ਜਿਹੜਾ ਹੈਗਾ ਮੁਕੰਮਲ ਹੋ ਜਾਊਗਾ। ਪ੍ਰਧਾਨ ਮੰਤਰੀ ਕਹਿੰਦੇ ਆ ਸੈਪਟੰਬਰ ਦੇ ਐਂਡ, ਚਲੋ ਮਹੀਨਾ ਹੋਰ ਐਡ ਕਰ ਲਓ। ਸੋ ਕੋਵਿਡ ਦੇ ਦਿਨ ਜਿਹੜੇ ਹੈਗੇ ਆ ਉਹ ਹੁਣ ਗਿਣਤੀ ਮਿੰਤੀ ਦੇ ਰਹਿ ਗਏ, ਲੇਕਿਨ ਥੋੜੀ ਅਮਾਊਂਟ 'ਚ ਕੋਵਿਡ ਰਹੂਗਾ। ਇਹਨੇ ਪੂਰੀ ਤਰ੍ਹਾਂ ਜਾਣਾ ਨਹੀਂ ਆ, ਜਿੱਦਾਂ ਮਾੜੀ ਮੋਟੀ ਅੱਗ ਸੁਲਗਦੀ ਰਹੂਗੀ। ਜਿੱਦਾਂ ਅਸੀਂ ਜ਼ਿਕਰ ਕੀਤਾ ਸੀ, ਪ੍ਰੋਗਰਾਮ ਵੀ ਕੀਤੇ ਤੁਹਾਡੇ ਨਾਲ, ਦਸੰਬਰ 14 ਤੋਂ ਕੈਨੇਡਾ ਦੇ ਵਿੱਚ ਵੈਕਸੀਨੇਸ਼ਨ ਦੇ ਮੁਹਿੰਮ ਸ਼ੁਰੂ ਹੋਏ। ਸੋ ਅੱਜ ਲਗਭਗ 6-7 ਹਫ਼ਤੇ ਹੋ ਗਏ ਆ ਔਰ ਕਰੀਬਨ 1 ਮਿਲੀਅਨ ਦੇ ਲਾਗੇ ਚਾਗੇ ਕੈਨੇਡੀਅਨਸ ਵੈਕਸੀਨੇਟਡ ਹੋ ਚੁੱਕੇ ਆ। ਉਹਦੇ ਵਿੱਚ 1,40,000 ਦੇ ਲਾਗੇ ਜਾਗੇ BC 'ਚ ਵੱਡੀ ਮਾਤਰਾ 'ਚ, ਓਨਟਾਰੀਓ, ਫਿਰ ਕਿਊਬੈਕ, ਫਿਰ ਅਲਬਰਟਾ। ਵਰਲਡ ਵਾਈਡ 100 ਮਿਲੀਅਨ ਤੋਂ ਜ਼ਿਆਦਾ ਟੀਕੇ ਲੱਗ ਚੁੱਕੇ ਆ ਕੋਵਿਡ ਦੇ, ਵੱਖ-ਵੱਖ ਵੈਕਸੀਨਸ ਦੇ। ਅਮਰੀਕਾ ਦੇ ਵਿੱਚ 31.5 ਮਿਲੀਅਨ ਅੱਜ ਦੇ ਦਿਨ, ਔਰ ਹਰ ਰੋਜ਼ ਉਹ 1.25 ਤੋਂ 1.5 ਮਿਲੀਅਨ ਟੀਕੇ ਲਾ ਰਹੇ ਕੋਵਿਡ ਦੇ। ਕੈਨੇਡਾ 'ਚ ਦੋ ਜਿਹੜੇ ਹੈਗੇ ਆ, ਫਾਈਜ਼ਰ ਤੇ ਮੋਡਰਨਾ, ਉਹਨਾਂ ਨੂੰ ਮਾਨਤਾ ਮਿਲੀ ਆ। ਦੋਵਾਂ ਨੂੰ ਆਪਾਂ ਨੂੰ ਕੋਲਡ ਸਟੋਰੇਜ 'ਚ ਰੱਖਣਾ ਪੈਂਦਾ। ਫਾਈਜ਼ਰ ਨੂੰ -70, ਮੋਡਰਨਾ ਨੂੰ -20, ਔਰ ਮੋਡਰਨਾ 94.5 ਤੇ ਫਾਈਜ਼ਰ 95% ਇਫੈਕਟਿਵ ਆ। ਲੇਕਿਨ ਫਾਈਜ਼ਰ ਦਾ ਬੈਲਜੀਅਮ ਪਲਾਂਟ ਆ, ਉਹ ਇਸ ਹਫ਼ਤੇ ਸਾਨੂੰ ਉਹਨਾਂ ਨੇ ਕੁਝ ਨਹੀਂ ਭੇਜਿਆ। ਅਗਲੇ ਹਫ਼ਤੇ ਕਰੀਬਨ 79,000 ਡੋਜ਼ਿਸ ਹੋਣਗੇ, ਫਿਰ 70,000, ਫਿਰ ਮਿਡਲ ਆਫ ਫੈਬਰੂਅਰੀ ਤੋਂ ਤੀਜੇ ਹਫ਼ਤੇ ਤੋਂ ਹੌਲੀ ਸ਼ਿਪਮੈਂਟ ਵਧੂਗੀ ਤੇ 4 ਮਿਲੀਅਨ ਡੋਜ਼ਿਸ ਜਿਹੜੇ ਹੈਗੇ ਆ ਅਪ੍ਰੈਲ ਤੱਕ ਆਉਣ ਦੀ ਸੰਭਾਵਨਾ ਹੈਗੀ ਆ। ਜਿਹੜੇ ਮੋਡਰਨਾ, ਉਹਦੇ ਵੀ ਥੋੜੇ 20-25% ਘਟੇ ਆ। ਇਹ ਬਣਦਾ ਸਪੇਨ 'ਚ ਤੇ ਫਾਈਜ਼ਰ ਦਾ ਬਣਦਾ ਬੈਲਜੀਅਮ 'ਚ। ਹੁਣ ਜਿਹੜੀ ਦੋ ਚੀਜ਼ਾਂ ਸਾਹਮਣੇ ਨਵੀਆਂ ਆ ਰਹੀਆਂ ਅੱਜ, ਉਹ ਹੈਗੀ ਹੈ, ਇੱਕ ਹੈ ਨੋਵਾਵੈਕਸ। ਨੋਵਾਵੈਕਸ ਜਿਹੜੀ ਹੈਗੀ ਆ ਅਮਰੀਕਨ ਕੰਪਨੀ ਆ, ਜਿੱਥੇ ਰਿਸਰਚ ਹੋਇਆ, ਔਰ ਇਹਦੀ ਫੰਡਿੰਗ ਪਹਿਲੀ ਵਾਰ ਕੈਨੇਡਾ ਦੀ ਸਰਜ਼ਮੀਨ 'ਚ ਵੈਕਸੀਨ ਬਣਿਆ ਕਰੇਗਾ, ਮੌਂਟਰੀਅਲ 'ਚ ਹੋਊਗੀ, ਔਰ ਇਹਦਾ ਪਲਾਂਟ ਉੱਥੇ ਲੱਗਣਾ। ਪਲਾਂਟ ਪੂਰੀ ਤਰ੍ਹਾਂ ਆਪਰੇਸ਼ਨਲ ਹੋਊਗਾ ਸੈਪਟੰਬਰ-ਅਕਤੂਬਰ 'ਚ। ਹੁਣ ਆਪਾਂ ਜ਼ਿਕਰ ਕੀਤਾ ਸੈਪਟੰਬਰ-ਅਕਤੂਬਰ ਤੱਕ ਦਾ ਸੀ, ਸਾਰਿਆਂ ਨੂੰ ਲਾ ਲੈਣ ਟੀਕਾ, ਇਹਦੀ ਕੀ ਲੋੜ ਹੈ? ਨਹੀਂ, ਲੋੜ ਹੈਗੀ ਆ, ਕਿਉਂਕਿ ਹੋਰ ਵੀ ਟਰਬਲਸ ਆ ਸਕਦੇ ਆ। ਹੋ ਸਕਦਾ ਹਰ ਸਾਲ ਸਾਨੂੰ ਬੂਸਟਰ ਡੋਜ਼ ਕ੍ਰੀਏਟ ਕਰਨਾ ਪਏ। ਜਿਹੜੇ ਨਵੇਂ ਰੂਪਾਂਤਰ ਆ, ਉਹਦੇ ਪ੍ਰਤੀ ਸਾਨੂੰ ਜਿਹੜਾ ਹੈਗਾ ਸ਼ਾਇਦ ਮੋਡੀਫਾਈ ਕਰਨੀ ਪਏ ਵੈਕਸੀਨਸ। ਹੁਣ ਫਾਈਜ਼ਰ ਔਰ ਮੋਡਰਨਾ ਦੀ ਆਪਾਂ ਬਹੁਤ ਗੱਲ ਕੀਤੀ, ਨਵੇਕਲੀ ਟੈਕਨੋਲੋਜੀ ਆ। ਸੇਮ ਥਿੰਗ ਹੈਗੀ ਆ ਨੋਵਾਵੈਕਸ। ਨੋਵਾਵੈਕਸ ਐਕਚੁਅਲੀ ਲੈਬੋਰੇਟਰੀ ਦੇ ਵਿੱਚ ਜਿਹੜੇ ਸਪਾਈਕ ਪ੍ਰੋਟੀਨ ਆ, ਜਿਹੜੇ ਕੰਡੇ ਆ ਕੋਵਿਡ ਦੇ, ਜਿਹੜੇ ਕਰਕੇ ਉਹ ਲੌਕ ਇਨ ਹੁੰਦਾ ਸਾਡੇ ਸੈੱਲ 'ਚ, ਉਹ ਨੈਨੋ ਪਾਰਟੀਕਲ ਸਿੰਥੈਟਿਕ ਮਟੀਰੀਅਲ ਲੈਬ 'ਚ ਕ੍ਰੀਏਟ ਕੀਤਾ, ਜਿਹੜਾ ਇੰਜੈਕਟ ਕੀਤਾ ਜਾਂਦਾ ਤੇ ਉਹਦੇ ਪ੍ਰਤੀ ਐਂਟੀਬਾਡੀਜ਼ ਬਣਦੀਆਂ, ਤੇ ਜਿਹੜਾ ਰੀਅਲ ਲਾਈਫ 'ਚ ਇਹਦਾ ਕੋਵਿਡ ਜਾਂਦਾ ਉਹ ਲੌਕ ਇਨ ਨਹੀਂ ਹੋ ਪਾਉਂਦਾ।
ਹੁਣ ਜਦੋਂ ਇਹ ਟੈਕਨੋਲੋਜੀ ਵਿਕਸਿਤ ਹੋ ਰਹੀ ਸੀ, ਇਹ 'ਚ ਦੇਖਿਆ ਗਿਆ ਸੀ ਵੀ ਅਗਰ ਆਪਾਂ ਲੈਬ ਦੇ ਵਿੱਚ ਜਿਹੜਾ ਪ੍ਰੋਟੀਨ ਸਬ ਯੂਨਿਟ ਨੈਨੋ ਪਾਰਟੀਕਲ ਲਾਉਂਦੇ ਆ ਤੇ ਬਹੁਤ ਥੋੜੀ ਐਂਟੀਬਾਡੀਜ਼ ਬਣਦੀ ਆ। ਲੇਕਿਨ ਅਗਰ ਇਹਨੂੰ ਅਸੀਂ ਮੈਟ੍ਰਿਕਸ ਐਮ, ਉਹਦਾ ਨਾਮ ਰੱਖ ਦਿੱਤਾ ਮੈਟ੍ਰਿਕਸ ਐਮ, MATRIX-M, ਇਹ ਦਰਖਤਾਂ ਤੋਂ ਇੱਕ ਸੈਪੋਨੀਨ ਹੁੰਦਾ, ਉਹ ਨਾਲ ਥੋੜਾ ਜਿਹਾ ਮਿਕਸ ਕਰਕੇ ਲਾਈਏ ਤੇ ਐਂਟੀਬਾਡੀਜ਼ ਦੀ ਲੈਵਲ ਬਹੁਤ ਜ਼ਿਆਦਾ ਵੱਧਦੀ ਆ। ਸੋ ਇਹਦੇ ਵਿੱਚ ਦੋ ਹੀ ਚੀਜ਼ਾਂ ਹੈਗੀਆਂ, ਇੱਕ ਸਿੰਥੈਟਿਕ ਪ੍ਰੋਟੀਨ ਸਬ ਯੂਨਿਟ ਜਿਹੜਾ ਹੈਗਾ, ਜਿਹੜਾ ਸਪਾਈਕ ਪ੍ਰੋਟੀਨ ਦਾ ਨੈਨੋ ਪਾਰਟੀਕਲ, ਤੇ ਜਿਹੜਾ ਪਲਾਂਟ ਬੇਸਡ ਸੈਪੋਨਿਨ। ਔਰ ਇਹਨੂੰ -डिग्री 'ਚ ਸਟੋਰੇਜ ਦੀ ਲੋੜ ਨਹੀਂ ਆ, ਰੈਗੂਲਰ ਫ੍ਰਿਜ 'ਚ ਰੱਖ ਸਕਦੇ ਆ। ਇਹਦੇ ਵੀ 2 ਟੀਕੇ ਲੱਗਣੇ ਆ 21 ਦਿਨਾਂ ਬਾਅਦ। ਔਰ ਇਹਦੀ ਇਫੈਕਟਿਵਨੈਸ ਦੇਖ ਲਓ, 95.6% ਓਵਰਆਲ ਇਫੈਕਟਿਵ। ਸੋ ਮੋਡਰਨਾ ਤੋਂ 1% ਜ਼ਿਆਦਾ ਕਹਿ ਸਕਦੇ ਆ ਆਪਾਂ। ਲੇਕਿਨ ਜਿਹੜਾ ਬ੍ਰਿਟਿਸ਼ ਦਾ ਰੂਪਾਂਤਰ ਆ B117, ਉਹਦੇ 'ਚ 86% ਇਫੈਕਟਿਵ। ਔਰ ਜਿਹੜਾ ਸਾਊਥ ਅਫਰੀਕਨ ਰੂਪਾਂਤਰ ਆ, ਉਹਦੇ ਪ੍ਰਤੀ 60% ਵੀ ਇਫੈਕਟਿਵ ਹੈਗਾ। ਸੋ ਇਹ ਪਹਿਲਾ ਵੈਕਸੀਨ ਮੈਨੂਫੈਕਚਰਰ ਜਿਹਨੇ ਜਿਹੜੇ ਰੂਪਾਂਤਰ ਜਾਂ ਵੇਰੀਐਂਟ ਹੈ ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਆ। ਔਰ ਇਹ ਜਦੋਂ ਮੈਨੂਫੈਕਚਰਿੰਗ ਇਹਦੀ ਸ਼ੁਰੂ ਹੋ ਜਾਂਦੀ ਹੈ ਇੱਥੇ, ਤੇ ਕੈਨੇਡਾ ਨੂੰ ਵੱਡੀ ਮਾਤਰਾ 'ਚ ਇਹ ਪਹਿਲੀ ਵਾਰ ਹੋਣਾ ਵੀ ਸਾਡੀ ਸਰਜ਼ਮੀਨ 'ਚ ਵੈਕਸੀਨ ਬਣਿਆ ਕਰੂਗੀ। ਹੋ ਸਕਦਾ ਅਗਲੇ ਸਾਲ ਸਾਨੂੰ ਫਿਰ ਬੂਸਟਰ ਵੀ ਲਾਉਣਾ ਪਏ। ਦੂਜਾ ਜਿਹੜਾ ਹੈਗਾ ਕੋਵੈਕਸ, ਜਿਹੜਾ ਹੈਗਾ ਇੱਕ ਗਲੋਬਲ ਵੈਕਸੀਨ ਸ਼ੇਅਰਿੰਗ ਜਿਹੜਾ ਹੈਗਾ ਸੰਸਥਾ ਹੈਗੀ ਆ, ਉਹਦੇ ਅਧੀਨ ਜਿਹੜਾ ਆਕਸਫੋਰਡ ਦੀ ਜਿਹੜੀ ਵੈਕਸੀਨ ਆ ਜਿਹਨੂੰ ਐਸਟਰਾਜ਼ੈਨਿਕਾ ਕਹਿੰਦੇ ਆ, ਉਹ ਵੱਡੀ ਮਾਤਰਾ 'ਚ ਆਉਣ ਦੀ ਸੰਭਾਵਨਾ ਹੈਗੀ, ਕਰੀਬਨ 1.9 ਮਿਲੀਅਨ ਡੋਸਿਸ ਮਾਰਚ ਤੱਕ ਤੇ 3.2 ਮਿਲੀਅਨ ਡੋਸਿਸ ਜੂਨ ਤੱਕ। ਔਰ ਅੱਜ ਮੈਂ ਦੇਖ ਰਿਹਾ ਸੀ ਵੀ ਜਿਹੜੇ ਵੈਕਸੀਨ ਦੇ ਜਿਹੜੇ ਪ੍ਰੋਗਰਾਮ ਡਾਇਰੈਕਟਰਸ ਹੈਗੇ ਆ, ਉਹ ਦੱਸ ਰਹੇ ਆ ਕਰੀਬਨ ਸੈਕੰਡ ਕੁਆਟਰ ਜਿਹੜਾ ਆਪਾਂ ਕਵਾਂਗੇ, ਜਿਹੜਾ ਅਪ੍ਰੈਲ ਤੋਂ ਸ਼ੁਰੂ ਹੁੰਦਾ, ਉਹਦੇ 'ਚ 20 ਮਿਲੀਅਨ ਡੋਸਿਸ ਆਉਣਗੀਆਂ ਜਿਹੜੇ ਫਾਈਜ਼ਰ, ਮੋਡਰਨਾ ਔਰ ਦੂਜੀਆਂ ਵੈਕਸੀਨ ਆਈਆਂ, ਤੇ ਡੋਸਿਸ ਹੋਰ ਵਧਣਗੇ। ਸੋ ਇਵੈਂਚੁਅਲੀ ਸਾਡਾ ਪ੍ਰੋਗਰਾਮ ਜਿਹੜਾ ਥੋੜਾ ਜਿਹਾ ਸਲੋ ਆ, ਇਹ ਹਫਤੇ ਔਰ 2 ਹਫਤੇ ਨੈਕਸਟ 2 ਵੀਕਸ ਇਹ ਫਿਰ ਸਪੀਡ ਫੜੂਗਾ। BC ਦੇ ਵਿੱਚ ਔਰ ਲਗਭਗ ਸਾਰੇ ਪ੍ਰੋਵਿੰਸਸ 'ਚ ਜਿਹੜੇ ਲੌਂਗ ਟਰਮ ਕੇਅਰ ਹੋਮ 'ਚ ਸਾਡੇ ਰੈਜ਼ੀਡੈਂਟ ਆ, ਜਿਹੜਾ ਸਟਾਫ ਹੈ ਕੰਮ ਕਰਨ ਵਾਲਾ, ਉਹਨਾਂ ਨੂੰ ਐਟਲੀਸਟ ਇੱਕ ਔਰ ਕਰੀਬਨ BC 'ਚ 5000 ਲੋਕਾਂ ਨੂੰ 2-2 ਟੀਕੇ ਵੀ ਲੱਗ ਚੁੱਕੇ ਆ। ਸੋ ਇਹ ਜਿਹੜਾ ਹੈਗਾ ਸੀ ਸਾਡਾ ਐਟ ਰਿਸਕ ਪੋਪੂਲੇਸ਼ਨ ਸੀ, ਜਿਹਨੂੰ ਸਾਨੂੰ ਸਭ ਤੋਂ ਜ਼ਿਆਦਾ ਲੋੜ ਸੀ। ਔਰ ਅਸੀਂ ਦੇਖ ਰਹੇ ਹਾਂ ਵੀ ਜਿੱਥੇ ਵੀ ਇਜ਼ਰਾਈਲ 'ਚ ਲੱਗਾ, ਉੱਥੇ ਟ੍ਰੈਂਡ ਕੋਵਿਡ ਦਾ ਥੱਲੇ ਆਇਆ। ਯੂਨਾਈਟਿਡ ਅਰਬ ਨੇਸ਼ਨਸ 'ਚ ਲੱਗਿਆ, ਉੱਥੇ ਥੱਲੇ ਆਇਆ। ਸੋ ਅਸੀਂ ਇਹ ਦੇਖ ਰਹੇ ਹਾਂ ਵੀ ਹੁਣ ਜਿਹੜਾ ਸੈਕੰਡ ਵੇਵ ਦਾ ਕਰਵ ਆ, ਉਹ ਥੱਲੇ ਨੂੰ ਆ ਰਿਹਾ। ਕੱਲ 277 ਕੇਸਿਸ ਸੀ BC 'ਚ, ਸੌਰੀ ਡੇ ਬਿਫੋਰ, ਉਸ ਕੱਲ ਸੀ 455। ਸੋ ਉਸ ਹਿਸਾਬ ਦੇ ਨਾਲ ਐਡਮਿਸ਼ਨਸ ਵੀ ਘਟੀਆਂ, ICU ਐਡਮਿਸ਼ਨ ਤੇ ਡੈਥ ਵੀ ਘਟ ਰਹੀ ਹੈ, ਚੰਗੀ ਗੱਲ ਹੈ। ਡਾਕਟਰ ਸਾਹਿਬ, ਮੈਨੂੰ ਕੋਵਿਡ ਹੋਇਆ ਫਰਾਈਡੇ, ਜੀ ਸੰਡੇ ਮੈਨੂੰ ਰਿਪੋਰਟ ਆਈ, ਮੈਨੂੰ ਕੁਝ ਵੀ ਨਹੀਂ ਹੋਇਆ ਜੀ, ਮੈਨੂੰ ਕੋਈ ਸਿੰਪਟਮ ਹੀ ਨਹੀਂ। ਇਦਾਂ ਵੀ ਹੋ ਜਾਂਦਾ ਵੀ ਕੋਈ ਸਿੰਪਟਮ ਹੋਵੇ ਹੀ ਨਾ ਤੇ ਤੁਸੀਂ ਕੋਵਿਡ ਪੋਜ਼ਿਟਿਵ? ਜੀ ਬਹੁਤ ਸਾਰੇ, ਦੇਖੋ ਤੁਹਾਡੀ ਏਜ ਬਹੁਤ ਵੱਡਾ ਫੈਕਟਰ ਆ, ਤੁਹਾਡਾ ਇਮਿਊਨ ਸਿਸਟਮ ਬਹੁਤ ਵੱਡਾ ਫੈਕਟਰ ਆ, ਤੁਹਾਡੀ ਓਵਰਆਲ ਜਿਹੜੀ ਬਾਡੀ ਆ ਉਹ 'ਚ ਕੋਈ ਰੋਗ ਨਹੀਂ ਹੈਗਾ। ਸੋ ਵਾਇਰਸ ਆ ਵੀ ਗਿਆ ਤੇ ਤੁਹਾਡੀ ਬਾਡੀ ਉਹਨੂੰ ਫਾਈਟ ਕਰਨ 'ਚ ਸਮਰੱਥ ਆ। ਕਈਆਂ ਨੂੰ ਬਹੁਤ ਮਾਈਨਰ ਸਿੰਪਟਮਸ ਹੁੰਦੇ ਆ, ਕਈਆਂ ਨੂੰ ਸਿੰਪਟਮਸ ਹੁੰਦੇ ਵੀ ਨਹੀਂ ਹੈਗੇ। ਔਰ ਮੈਂ ਤੁਹਾਡੇ ਨਾਲ ਇੱਕ ਹਮਦਰਦੀ ਵੀ ਪ੍ਰਗਟ ਕਰਦਾ, ਕਿਉਂਕਿ ਤੁਸੀਂ ਪਿਛਲੇ ਸਾਲ 'ਚ ਲਗਭਗ ਸਭ ਤੋਂ ਜ਼ਿਆਦਾ ਕੋਵਿਡ ਦੇ ਪ੍ਰੋਗਰਾਮ ਤੁਸੀਂ ਕੀਤੇ ਜਸਕਰਨ ਜੀ, ਔਰ ਜਿਹੜੇ ਪੂਰੇ ਗਲੋਬਲੀ ਗਏ। ਲੇਕਿਨ ਉਹਦੇ ਨਾਲ ਤੁਹਾਨੂੰ ਆਪ ਵੀ ਹਰ ਜਗ੍ਹਾ ਜਾਣਾ ਪਿਆ, ਸਟੂਡੀਓ 'ਚ ਵੀ ਲੋਕੀ ਆਉਂਦੇ ਰਹੇ। ਸੋ ਇਸ ਲਈ ਐਕਸਪੋਜ਼ਰ ਤੁਹਾਡਾ ਜਿਹੜਾ ਹੈਗਾ ਕਿਤੇ ਨਾ ਕਿਤੇ ਹੋਇਆ। ਔਰ ਕੈਮਰਾਮੈਨ ਸਾਡੇ ਬੜੇ ਜਵਾਨ ਮੁੰਡੇ ਅਮਿਤ ਪਨੇਸਰ ਜੀ, ਉਹਨਾਂ ਦੀ ਆਵਾਜ਼ ਵੀ ਮੈਨੂੰ ਸੋਹਣੀ ਲੱਗ ਰਹੀ ਸੀ, ਮੇਰੇ ਖਿਆਲ ਨਾਲ ਉਹ ਵੀ ਗੁੱਡ ਹੈਲਥ 'ਚ ਹੋਣੇ ਆ। ਹੁਣ ਦੇਖੋ ਇੰਡੀਆ ਤੋਂ ਜਿਹੜੀ ਰਿਪੋਰਟਾਂ ਆ ਰਹੀਆਂ, ਤੁਸੀਂ ਵੀ ਹਾਂਜੀ ਤੁਸੀਂ ਵੀ ਗੱਲ ਕੀਤੀ ਸੀ ਵੀ ਜਿਹੜੇ ਕਿਸਾਨ ਹੁਣ ਅੰਦੋਲਨ ਕਰ ਰਹੇ ਜਾਂ ਹੋ ਰਿਹਾ, ਇੰਡੀਆ 'ਚ ਇੰਨੇ ਕੋਵਿਡ ਨਹੀਂ ਆ ਰਹੇ। ਉਹਦਾ ਹੁਣ ਇੱਕ ਰਿਸਰਚ ਪੇਪਰ ਆਇਆ ਕੁਝ ਦਿਨਾਂ ਪਹਿਲਾਂ, ਉਹ ਦੱਸ ਰਿਹਾ ਵੀ ਇੰਡੀਆ ਦਾ ਜਿਹੜਾ ਵੈਦਰ ਹੈਗਾ, ਕੋਵਿਡ ਅਗਰ ਸਮਝੋ ਮੈਨੂੰ ਹੈਗਾ ਮੈਂ ਖੰਗਿਆ, ਉਹ ਵਾਇਰਸ ਥੱਲੇ ਡਿੱਗਣਾ ਸ਼ੁਰੂ ਹੋ ਜਾਂਦਾ ਔਰ ਉਹਦਾ ਪਤਨ ਹੋਣਾ ਸ਼ੁਰੂ ਹੋ ਜਾਂਦਾ। ਹਵਾ 'ਚ 에ਅਰਬੋਰਨ ਬਹੁਤ ਘੱਟ ਰਹਿੰਦਾ। ਦੂਜਾ, ਜਿਹੜੇ ਇੰਡੀਆ ਦਾ ਆਵਾਮ ਆ, ਉਹ ਕਦੀ ਡੇਂਗੂ, ਕਦੀ ਮਲੇਰੀਆ, ਕਦੀ ਪੈਰਾਸਾਈਟ, ਕਦੀ ਹੋਰ ਚੀਜ਼ਾਂ ਦੇ ਨਾਲ ਉਹ ਜੂਝਦਾ ਰਹਿੰਦਾ, ਤਾਂ ਇਮਿਊਨ ਸਿਸਟਮ ਉਹਨਾਂ ਦਾ ਜ਼ਿਆਦਾ ਵਿਕਸਿਤ ਹੋ ਗਿਆ ਹੋਇਆ। ਤੀਜੀ ਜਿਹੜੀ ਗੱਲ ਮੇਰੇ ਸਾਹਮਣੇ ਆਈ, ਜਿਹੜੀ ਮੈਂ ਅਕਸਰ ਵੀ ਕਹਿੰਦਾ ਹੁੰਦਾ, ਹਿੰਦੁਸਤਾਨ ਦੇ ਵਿੱਚ ਸਿਰਫ 6% ਲੋਕ ਆ ਜਿਹੜੇ 65 ਸਾਲ ਤੋਂ ਉੱਤੇ ਆ, ਔਰ 50% ਕੰਟਰੀ ਆ ਉਹਦੀ ਉਮਰ 40 ਸਾਲ ਤੋਂ ਥੱਲੇ ਆ। ਸੋ ਇਹ ਜਿਹੜਾ ਹੈਗਾ, ਦੇਖੋ ਹੁਣ ਤੁਹਾਡੀ ਵੀ ਉਮਰ ਜਿਹੜੀ ਹੈਗੀ ਤੁਹਾਡੇ ਫੇਵਰ 'ਚ, ਅਮਿਤ ਦੀ ਵੀ ਉਮਰ ਤਾਂ ਉਹਦੇ ਫੇਵਰ 'ਚ ਆ। ਸੋ ਇਸ ਲਈ ਜ਼ਿਆਦਾ ਤੰਗ ਨਹੀਂ ਕਰਦਾ। ਔਰ ਕਈਆਂ ਨੂੰ ਅਗਰ ਇੰਡੀਆ 'ਚ ਹੋਇਆ ਵੀ ਹੋਣਾ, ਤਾਂ ਉਹਨਾਂ ਨੂੰ ਪਤਾ ਵੀ ਨਹੀਂ ਹੋਣਾ ਵੀ ਸਾਨੂੰ ਹੋ ਗਿਆ, ਜਾਂ ਲੱਛਣ ਵੀ ਮਾਈਲਡ ਹੋਣੇ ਆ। ਔਰ ਹੋ ਸਕਦਾ ਵੀ ਜਿਵੇਂ ਤੁਹਾਨੂੰ ਬਿਲਕੁਲ ਕੋਈ ਸਿੰਪਟਮ ਨਾ ਹੋਵੇ ਔਰ ਵਾਇਰਸ ਤੁਹਾਡੀ ਬਾਡੀ ਸ਼ੈਡ ਕਰ ਦੇ ਵਿਦਿਨ ਅਬਾਊਟ 2 ਵੀਕਸ। ਤੇ ਡਾਕਟਰ ਸਾਹਿਬ, ਜਿਹਨੂੰ ਹੋ ਗਿਆ ਵਾਇਰਸ, ਮੰਨ ਲਓ ਸਾਨੂੰ ਵਾਇਰਸ ਹੋ ਗਿਆ, ਹੁਣ ਸਾਨੂੰ ਵੈਕਸੀਨ ਲੱਗੂਗੀ ਜਾਂ ਇਹ
ਹੁਣ ਸਾਡਾ ਖਤਰਾ ਚੱਕਿਆ ਗਿਆ ਵੀ ਅਸੀਂ ਜਿੱਦਾਂ ਮਰਜ਼ੀ ਫਿਰੀਏ, ਸਾਨੂੰ ਤਾਂ ਹੋਣਾ ਹੀ ਨਹੀਂ। ਇਹਦੇ ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਦੇਖੋ ਤੁਹਾਨੂੰ ਇਸ ਵੇਲੇ ਤੁਸੀਂ ਕਹਿ ਰਹੇ ਨਾ ਬੁਖਾਰ ਹੋਇਆ ਨਾ ਖੰਘ ਹੋਈ, ਕੋਈ ਲੱਛਣ ਨਹੀਂ ਹੋਏ, ਜੀ ਲੇਕਿਨ ਤੁਸੀਂ ਪੋਜ਼ਿਟਿਵ ਹੋ, ਰਾਈਟ? ਸੋ ਠੀਕ ਆ, ਜੀ ਤੁਹਾਡਾ ਵਾਇਰਲ ਲੋਡ ਤੁਹਾਡੀ ਬੋਡੀ 'ਚ ਗਿਆ, ਥੋੜਾ ਘਟ ਗਿਆ, ਔਰ ਤੁਹਾਡੀ ਬੋਡੀ ਨੇ ਉਸੇ ਵੇਲੇ ਉਸ ਵਾਇਰਸ ਨੂੰ ਖਾਤਮਾ ਕਰ ਦਿੱਤਾ। ਸੋ ਰਿਸਰਚ ਇਹ ਆਈ ਸੀ ਵੀ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਬੁਖਾਰ ਹੁੰਦਾ 3 ਤੋਂ 5 ਦਿਨ, ਖੰਘ 3 ਤੋਂ 5 ਦਿਨ ਹੁੰਦੀ ਆ, ਸਾਰੇ ਲੱਛਣ ਕੋਵਿਡ, ਉਹ 'ਚ ਐਂਟੀਬਾਡੀ ਜ਼ਿਆਦਾ ਬਣਦੀ ਆ। ਹੁਣ ਕੋਈ ਪੁਸ਼ਟੀ ਦੀ ਰਿਸਰਚ ਨਹੀਂ ਹੈ ਵੀ ਤੁਹਾਡੀ ਕਿੰਨੀ ਐਂਟੀਬਾਡੀ ਬਣੀ ਆ, ਕਿੰਨੇ ਟਾਈਮ ਤੱਕ ਰਹੂਗੀ ਤੇ ਕਿੰਨੋਂ ਡ੍ਰੌਪ ਆਊਟ ਹੋ ਜਾਊਗੀ। ਲੇਕਿਨ ਵੈਕਸੀਨ ਦੀ ਰਿਸਰਚ ਹੈਗੀ ਆ ਵੀ 95% ਐਂਟੀਬਾਡੀ ਬਣੂਗੀ 2 ਡੋਸਸ ਦੇ ਨਾਲ। ਪਹਿਲੇ ਡੋਜ਼ ਦੇ ਨਾਲ ਅਰਾਊਂਡ 52 to 54%, ਸੈਕੰਡ ਡੋਜ਼ ਦੇ ਨਾਲ ਅਬਾਊਟ 95%। ਔਰ ਹੁਣ ਤੱਕ ਜਿਹੜੇ ਵੀ ਵੋਲੰਟੀਅਰ ਪਾਰਟਿਸਿਪੇਟ ਕਰ ਚੁੱਕੇ ਟ੍ਰਾਇਲਸ 'ਚ, ਸਾਰਿਆਂ ਦੀ ਐਂਟੀਬਾਡੀ ਬਰਕਰਾਰ ਹੈਗੀ ਆ। ਸੋ ਸਾਨੂੰ ਆਸ ਹੈਗੀ ਐਟਲੀਸਟ 1 ਸਾਲ ਤੱਕ ਤੇ ਰਹੂਗੀ, ਹੋ ਸਕਦਾ ਜ਼ਿਆਦਾ ਵੀ ਰਵੇ। ਬਹੁਤ ਸਾਰੇ ਸਾਇੰਟਿਸਟ ਹੁਣ ਕਹਿ ਰਹੇ ਮੇ ਬੀ 2 ਸਾਲ ਤੱਕ ਰਵੇ, ਲੇਕਿਨ 1 ਸਾਲ ਤੱਕ ਤੇ ਆਸ ਹੈਗੀ ਘੱਟ ਤੋਂ ਘੱਟ। ਸੋ ਇਸ ਲਈ ਮੈਂ ਕਹੂੰਗਾ ਵੀ ਤੁਹਾਨੂੰ ਟੀਕਾ ਫਿਰ ਵੀ ਲਾਉਣਾ ਪੈਣਾ, ਤੁਹਾਨੂੰ ਵੀ ਔਰ ਅਮਿਤ ਨੂੰ ਵੀ, ਕਿਉਂਕਿ ਸਾਨੂੰ ਕੋਈ ਵੀ ਔਰ ਐਂਟੀਬਾਡੀਜ਼ ਅਸੀਂ ਇੱਥੇ BC 'ਚ ਟੈਸਟ ਨਹੀਂ ਕਰ ਰਹੇ, ਪੂਰੇ ਕੈਨੇਡਾ 'ਚ ਟੈਸਟ ਨਹੀਂ ਕਰ ਰਹੇ, ਔਰ ਉਹਦਾ ਲੈਵਲ ਕਿੰਨਾ ਹੋਏਗਾ ਇਹਦੇ ਉੱਤੇ ਉਹ ਰਿਸਰਚ ਬੇਸ ਹੀ ਆ। ਸੋ ਇਸ ਕੰਟਰੀ ਦੇ ਵਿੱਚ ਅਸੀਂ ਐਂਟੀਬਾਡੀਜ਼ ਲੈਵਲ ਚੈੱਕ ਨਹੀਂ ਕਰ ਰਹੇ ਕਿੰਨੀਆਂ ਬਣੀਆਂ, ਇਸ ਲਈ ਬੈਟਰ ਹੈਗਾ ਟੂ ਬੀ ਮੋਰ ਪ੍ਰੋਟੈਕਟਡ ਐਂਡ ਸੇਫ। ਤੇ ਡਾਕਟਰ ਸਾਹਿਬ, ਜਿਹੜੀ ਮੰਨ ਲਓ ਜਿਹਨੂੰ ਹੋ ਗਿਆ ਉਹਦੇ ਚ ਐਂਟੀਬਾਡੀਜ਼ ਦਾ ਕੋਈ ਪਤਾ ਨਹੀਂ ਵੀ ਕਦੋਂ ਕਿੰਨਾ ਚਿਰ ਰਹਿਣੀ ਆ, ਦੁਬਾਰਾ ਵੀ ਹੋ ਸਕਦਾ। ਜਿਹਨੂੰ ਵੈਕਸੀਨ ਲੱਗ ਗਈ ਉਹਨੂੰ ਕਿੰਨਾ ਚਿਰ ਇਹ ਰਹਿਣਗੇ ਐਂਟੀਬਾਡੀਜ਼, ਇਹਦੀ ਕੋਈ ਸਟੱਡੀ ਹੈਗੀ? ਹਾਂਜੀ, ਕਿਉਂਕਿ ਜਿਹੜੇ ਇਹਨਾਂ ਦੇ ਫੇਜ਼ 1 2 3 ਟ੍ਰਾਇਲਸ ਹੋਏ, ਜਿਹੜੇ ਫੇਜ਼ 2 ਦੇ ਜਿਹੜੇ ਹੈਗੇ ਆ ਕਰੀਬਨ ਸ਼ੁਰੂ ਹੋ ਗਏ ਸੀ ਅਪ੍ਰੈਲ 'ਚ, ਫੇਜ਼ 3 ਹੋਈ ਸੀ ਕਰੀਬਨ ਜੁਲਾਈ 'ਚ, ਉਹ ਸਾਰਿਆਂ ਦੇ ਵਿੱਚ ਐਂਟੀਬਾਡੀਜ਼ ਲੈਵਲ ਬਰਕਰਾਰ ਹੈਗਾ। ਔਰ ਤੁਸੀਂ ਦੇਖ ਲਓ ਅਸੀਂ ਆਲਮੋਸਟ 9 ਤੋਂ 10 ਮਹੀਨੇ ਹੋ ਗਏ ਆ ਕਰੀਬਨ ਜਦੋਂ ਇਹ ਵੈਕਸੀਨੇਸ਼ਨ ਦੀ ਰਿਸਰਚ ਸ਼ੁਰੂ ਹੋਈ ਸੀ। ਸੋ ਇਸ ਲਈ ਸਾਨੂੰ ਆਸ ਹੈਗੀ ਹੈ ਵੀ ਘੱਟ ਤੋਂ ਘੱਟ 1 ਸਾਲ ਤੇ ਰਹੂਗੀ, ਹੋ ਸਕਦਾ ਜ਼ਿਆਦਾ ਵਰੇ ਵੀ ਰਹੇ, ਸਾਨੂੰ ਨਹੀਂ ਪਤਾ। ਹੁਣ ਜਿਹੜਾ ਪੁਰਾਣਾ ਸਾਰਸ ਜਿਹੜਾ ਆਇਆ ਸੀ 18 ਸਾਲ ਪਹਿਲੋਂ, ਜਿਨ੍ਹਾਂ ਨੂੰ ਹੋਇਆ ਸੀ, ਜਿਹੜਾ ਚਲੋ ਕੁਦਰਤੀ ਤੌਰ ਤੇ ਬੜੀ ਛੇਤੀ ਉਹਨੂੰ ਆਪਾਂ ਫੜ ਲਿਆ ਸੀ, ਮਹਾਮਾਰੀ ਨਹੀਂ ਬਣੀ ਸੀ, ਉਹਦੇ ਅਜੇ ਤੱਕ 18 ਸਾਲ ਬਾਅਦ ਵੀ ਕਈ ਲੋਕਾਂ ਦੇ ਵਿੱਚ ਐਂਟੀਬਾਡੀਜ਼ ਹੈਗੀਆਂ। ਸੋ ਵੱਖ-ਵੱਖ ਬੋਡੀ ਵੱਖ-ਵੱਖ ਕਿਸਮ ਦੀ ਐਂਟੀਬਾਡੀ ਬਣਾਉਂਦੀ ਹੈ, ਲੇਕਿਨ ਵੈਕਸੀਨ ਦੇ ਨਾਲ ਸਾਨੂੰ ਪਤਾ ਅਰਾਊਂਡ 95% ਦੇ ਲਾਗੇ ਚਾਗੇ ਐਂਟੀਬਾਡੀਜ਼ ਬਰਕਰਾਰ ਰਹਿ ਰਹੀਆਂ ਸੋ ਫਾਰ। ਲੇਕਿਨ ਡ੍ਰੌਪ ਹੋਣਗੀਆਂ ਕਿ ਨਹੀਂ ਹੋਣਗੀਆਂ, ਇਹਦੇ ਉੱਤੇ ਜਿਉਂ-ਜਿਉਂ ਰਿਸਰਚ ਆਏਗਾ ਅਸੀਂ ਸ਼ੇਅਰ ਕਰਾਂਗੇ। ਜਿਵੇਂ ਡਾਕਟਰ ਸਾਹਿਬ ਇੱਕ ਵਾਰੀ ਕੋਵਿਡ ਹੋ ਗਿਆ, ਮੰਨ ਲਓ ਹੁਣ ਸਿੰਪਟਮ, ਮੈਨੂੰ ਕੋਈ ਸਿੰਪਟਮ ਨਹੀਂ ਹੈ, ਕੀ ਇਹਦੀ ਕੋਈ ਇਹ ਵੀ ਹੈਗੀ ਆ ਕਿ ਇਹਦੇ ਤੋਂ ਬਾਅਦ ਜਦੋਂ ਮੈਂ ਕੁਆਰੰਟਾਈਨ ਚੋਂ ਬਾਹਰ ਆ ਜਾਣਾ 15 ਦਿਨ ਬਾਅਦ, ਉਹਦੇ ਤੋਂ ਬਾਅਦ ਕੋਈ ਮੇਰੇ ਤੇ ਇਫੈਕਟ, ਇਹਦਾ ਕੋਈ ਇਦਾਂ ਦੀ ਸਟੱਡੀ ਹੈਗੀ ਆ ਵੀ ਲੰਗਸ ਦੇ ਵਿੱਚ ਜਾਂ ਕੁਝ ਕੋਈ ਸਿਹਤ ਦੇ ਵਿੱਚ ਕੋਈ ਇਦਾਂ ਦੀ ਦਿੱਕਤ ਆ ਜਾਂਦੀ ਹੈ, ਇਹਦੇ ਬਾਰੇ ਵੀ ਕੋਈ ਫਾਈਂਡਿੰਗ ਨਹੀਂ ਜੀ? ਹਾਂਜੀ, ਅਗਰ ਤੁਸੀਂ ਜਿਸ ਹਿਸਾਬ ਦੇ ਨਾਲ ਗੱਲਾਂ ਬਾਤਾਂ ਕਰ ਰਹੇ ਹੋ, ਖਾਲੀ ਤੁਹਾਡਾ ਟੈਸਟ ਪੋਜ਼ਿਟਿਵ ਹੈ ਲੇਕਿਨ ਤੁਹਾਨੂੰ ਕੋਈ ਲੱਛਣ ਨਹੀਂ ਹੈਗਾ, ਜਿਹਨੂੰ ਕੋਈ ਜੀ ਲੱਛਣ ਨਹੀਂ ਆ ਜਾਂ ਮਿਨੀਮਮ ਲੱਛਣ ਸੀ ਵੀ, ਉਹਨਾਂ ਨੂੰ ਕੋਈ ਕੰਪਲਿਕੇਸ਼ਨ ਨਹੀਂ ਆ ਰਿਹਾ। ਜਿਨ੍ਹਾਂ ਨੂੰ ਖੰਘ ਬਹੁਤ ਜ਼ਿਆਦਾ ਹੋਈ, ਹਸਪੀਟਲ ਜਾਣਾ ਪਿਆ, ICU 'ਚ ਐਡਮਿਸ਼ਨ ਕਰਨਾ ਪਿਆ, ਯੈਸ, ਉਹਨਾਂ ਨੂੰ 20% ਨੂੰ ਸਾਨੂੰ ਸਾਹ ਦਮਾ ਦੇ ਪਫਰ ਦੇਣੇ ਪੈ ਰਹੇ ਆ, ਹਾਰਟ ਦੀ ਮਸਲ ਦੇ ਉੱਤੇ ਇਫੈਕਟ ਪਿਆ, ਬੋਨਸ ਦੇ ਉੱਤੇ, ਨਸਾਂ ਦੇ ਉੱਤੇ, ਨਰਵਸ ਦੇ ਉੱਤੇ, ਬਲੱਡ ਵੈਸਲ 'ਚ, ਵੱਖ-ਵੱਖ ਏਰੀਆ 'ਚ ਵੱਖ-ਵੱਖ। ਸੋ ਅਗਰ ਤੁਹਾਡਾ ਮਤਲਬ ਇਮਿਊਨ ਸਿਸਟਮ ਤਗੜਾ ਸੀ ਤੇ ਵਾਇਰਸ ਨੂੰ ਉਡਾ ਗਿਆ, ਮਤਲਬ ਕਲੀਅਰ ਕਰ ਗਿਆ, ਤੁਹਾਨੂੰ ਕੋਈ ਕੰਪਲਿਕੇਸ਼ਨਸ ਨਹੀਂ ਰਹਿਣਗੀਆਂ। ਸੋ ਇਹਦੇ ਉੱਤੇ ਮੈਂ ਬਕਾਇਦਾ ਤੁਹਾਨੂੰ ਦੋਵਾਂ ਨੂੰ ਕਹਿ ਰਿਹਾ ਵੀ ਡਰਨ ਦੀ ਕੋਈ ਲੋੜ ਨਹੀਂ, ਤੁਸੀਂ ਦੋਵੇਂ ਬਿਲਕੁਲ ਰਾਜੀ ਬਾਜੀ ਲੱਗਦੇ ਹੋ, ਔਰ ਤੁਹਾਡੀ ਸੇਵਾ ਅਜੇ ਮਹਾਰਾਜ ਨੇ ਕਰੀਬਨ 40 ਸਾਲ ਹੋਰ ਲੈਣੀ ਆ, ਸੋ ਠੀਕ ਹੀ ਰਹੋਗੇ। ਤੇ ਡਾਕਟਰ ਸਾਹਿਬ, ਵੈਕਸੀਨ ਸਾਡੀ ਇਸ ਵੇਲੇ ਕੈਨੇਡਾ ਦੇ ਵਿੱਚ ਜਿਹੜੀ ਆ ਉਹ ਪਿੱਛੇ ਜਿਹੇ ਸਪਲਾਈ ਕਹਿੰਦੇ ਸੀ ਨਹੀਂ ਪੂਰੀ ਆ ਰਹੀ, ਜਾਂ ਸਾਡੇ ਕੋਲੇ ਪੂਰੀ ਨਹੀਂ ਪਹੁੰਚ ਰਹੀ, ਹੁਣ ਸਫੀਸ਼ੀਐਂਟ ਆ ਕਿ ਅਜੇ ਵੀ ਗੱਲ ਇਹੀ ਆ ਕਿ ਆ ਰਹੀ ਆ ਸਾਡੇ ਕੋਲੇ, ਜਿਹੜੀ ਡਾਊਨ ਪੇਮੈਂਟ ਦਿੱਤੀ ਆ ਜਾਣੀ ਹੈ, ਜਾਂ ਹੁਣ ਪਹੁੰਚ ਰਹੀ ਹੈ ਜੀ? ਦੇਖੋ ਫਾਈਜ਼ਰ ਵਾਲਿਆਂ ਨੇ ਕਿਹਾ ਸੀ ਵੀ ਸਾਡਾ ਜਿਹੜਾ ਬੈਲਜੀਅਮ ਪਲਾਂਟ ਹੈ ਅਪਗ੍ਰੇਡ ਹੋ ਰਿਹਾ, ਸੋ ਇਸ ਹਫਤੇ ਤਾਂ ਕੁਝ ਨਹੀਂ ਆਇਆ ਸੌਦਾ, ਜਿਹੜਾ ਪੁਰਾਣਾ ਪਿਆ ਸੀ ਉਹ ਸਾਰਾ ਲੱਗ ਗਿਆ। ਅਗਲੇ ਹਫਤੇ ਉਹ ਕਹਿ ਰਿਹਾ ਸੀ 79,000 ਡੋਸਸ ਭੇਜਨੇ ਕੈਨੇਡਾ ਨੂੰ, ਸੋ ਉਹਦੇ ਵਿੱਚ ਵੰਡ ਕੇ ਦੇਖੋ 10 ਪ੍ਰੋਵਿੰਸ ਹੈ 3 ਟੈਰੀਟਰੀ। ਉਸ ਤੋਂ ਅਗਲੇ ਹਫਤੇ ਉਹ ਕਹਿ ਰਿਹਾ ਸੀ 70 ਹੀ ਭੇਜਨੇ ਆ। ਉਹਦੇ ਬਾਅਦ ਉਹ ਕਹਿ ਰਿਹਾ ਵੀ ਜਿਹੜੀ 1,50,000 2 ਲੱਖ ਦੇ ਲਾਗੇ ਹਰ ਹਫਤੇ ਭੇਜਾਂਗੇ, ਤੇ ਉਹ ਕਹਿ ਰਹੇ ਆ ਵੀ ਅਪ੍ਰੈਲ ਤੱਕ ਅਸੀਂ ਤੁਹਾਨੂੰ ਕਰੀਬਨ 4 ਮਿਲੀਅਨ ਡੋਸਸ ਮੁਕੰਮਲ ਕਰ ਦੇਵਾਂਗੇ ਟੋਟਲ, ਵੀ ਅਪਗ੍ਰੇਡ ਕਰਕੇ ਸਾਡੀ ਫੈਸਿਲਿਟੀ ਜ਼ਿਆਦਾ ਹੋ ਜਾਊਗੀ। ਜਿਹੜੇ ਮੋਡਰਨਾ ਦਾ ਪਲਾਂਟ ਹੈ ਉਹ ਸਪੇਨ 'ਚ ਆ, ਉਹ ਕਹਿੰਦੇ ਵੀ ਨਹੀਂ ਅਸੀਂ ਤੁਹਾਨੂੰ 20% ਘੱਟ ਹੀ ਦੇਣਾ ਕਿਉਂਕਿ ਸਾਡੇ ਕੋਲ ਇੰਨੀ ਬਣਦੀ ਨਹੀਂ ਆ, ਸਾਡੇ ਕੋਲ ਜਿਹੜੀ ਸਪਲਾਈ ਆ ਚੇਨ ਆ ਉਹ ਘੱਟ ਆ। ਹੁਣ ਪ੍ਰੋਬਲਮ ਇਹ ਹੈ, ਦੇਖੋ ਇਹ ਯੂਰਪ 'ਚ ਬਣਦੀਆਂ
ਯੂਰੋਪੀਅਨ ਯੂਨੀਅਨ ਜਿਹੜੀ ਹੈਗੀ ਆ ਉਹਨਾਂ ਦੀ ਕਮਿਸ਼ਨ ਉਹ ਵੀ ਇਹਨੂੰ ਰੈਗੂਲੇਟ ਕਰਦੀ ਆ ਵੀ ਯੂਰਪ ਵਾਲਿਆਂ ਨੂੰ ਵੀ ਤੇ ਪਹਿਲਾਂ ਦੋ। ਸੋ ਕਿਤੇ ਨਾ ਕਿਤੇ ਉਹਨਾਂ ਦੀ ਇੰਟਰਨਲ ਜਿਹੜੀ ਹੈਗੀ ਆ ਗੱਲਬਾਤ ਉਹ ਵੀ ਇਹਦੇ ਵਿੱਚ ਸ਼ਾਮਿਲ ਆ। ਮੈਨੂੰ ਆਫ ਦਾ ਟੇਬਲ ਪਤਾ ਲੱਗਾ ਸੀ ਵੀ ਜਿਹੜਾ ਫਾਈਜ਼ਰ ਆ ਉਹ ਟੈਕਸ ਕ੍ਰੈਡਿਟ ਵੀ ਮੰਗਦੇ ਸੀ ਕੈਨੇਡਾ 'ਚ ਵੀ ਸਾਨੂੰ ਚਾਹੀਦਾ, ਉਹਦੇ ਉੱਤੇ ਵੀ ਗੱਲਬਾਤ ਚੱਲ ਰਹੀ ਆ। ਸੋ ਮੇਰੇ ਖਿਆਲ ਨਾਲ ਸਾਨੂੰ ਉਹਨਾਂ ਨੂੰ ਟੈਕਸ ਕ੍ਰੈਡਿਟ ਦੇ ਦੇਣਾ ਚਾਹੀਦਾ ਤਾਂ ਕਿ ਉਹਨਾਂ ਦੀ ਵੈਕਸੀਨ ਜਿਹੜੀ ਹੈ ਜ਼ਿਆਦਾ ਸ਼ਿਪਮੈਂਟ ਸਾਨੂੰ ਪਹੁੰਚੇ। ਲੇਕਿਨ ਦੂਜੀ ਗੱਲ ਹੈਗੀ ਆ ਵੀ ਬਹੁਤ ਛੇਤੀ ਨੋਵਾਵੈਕਸ ਨੂੰ ਵੀ ਜਿਹੜੀ ਹੈਗੀ ਆ ਮਾਨਤਾ ਮਿਲ ਜਾਣੀ ਔਰ ਬਹੁਤ ਛੇਤੀ ਆਕਸਫੋਰਡ ਦੀ ਫਾਈਲ ਤਾਂ ਮਹੀਨਾ ਹੋ ਗਿਆ ਇੱਥੇ ਪਈ ਹੋਈ ਹੈਲਥ ਕੈਨੇਡਾ ਕੋ। ਇਹ ਵੇਖ ਰਹੇ ਸੀ ਵੀ ਜਿੱਥੇ ਜਿੱਥੇ ਲੱਗ ਰਹੀ ਹੈ ਕੋਈ ਕੰਪਲਿਕੇਸ਼ਨਸ ਤੇ ਨਹੀਂ ਆ ਰਹੇ, ਕਿਉਂਕਿ ਉਹਨਾਂ ਦੀ ਸਟੱਡੀ ਦੇ ਸਾਨੂੰ ਆਇਆ ਸੀ ਵੀ 70 ਤੋਂ 80% ਇਫੈਕਟਿਵ ਹੈ। ਠੀਕ ਹੈ, ਅਸੀਂ ਮੰਨਦੇ ਹਾਂ ਉਹਨੂੰ ਰੈਗੂਲਰ ਫ੍ਰਿਜ 'ਚ ਰੱਖਣਾ ਪੈਣਾ, ਸਸਤੀ ਵੀ ਕਾਫੀ ਹੈਗੀ ਹੈ ਕੰਪੇਅਰ ਟੂ ਫਾਈਜ਼ਰ ਐਂਡ ਮੋਡਰਨਾ। ਲੇਕਿਨ ਅਗਰ ਦੂਜੇ ਪਾਸੇ ਤੁਹਾਡੇ ਕੋਲ 95% ਇਫੈਕਟਿਵ ਵੈਕਸੀਨ ਹੈ, ਕਈ ਵਾਰ ਤੁਹਾਨੂੰ ਡਿਬੇਟ ਕਰਨਾ ਪੈਂਦਾ। ਔਰ ਜਿਹੜੀ ਜਿਹੜੀ ਮਾਡਰਨ ਆਕਸਫੋਰਡ ਦੀ ਆ, ਇਹ ਆਇਆ ਸੀ ਵੀ ਬਜ਼ੁਰਗਾਂ ਦੇ ਵਿੱਚ ਐਂਟੀਬਾਡੀਜ਼ ਲੈਵਲ ਬਹੁਤ ਜ਼ਿਆਦਾ ਬਣਾਉਂਦੀ ਆ ਔਰ ਯੰਗ ਦੇ ਵਿੱਚ ਥੋੜਾ ਜਿਹਾ ਘੱਟ ਬਣਾਉਂਦੀ ਆ। ਸੋ ਮੇ ਵੀ ਕੋਈ ਸਿਲੈਕਟ ਪੋਪੂਲੇਸ਼ਨ ਵਾਸਤੇ ਇਹਨੂੰ ਇਸਤੇਮਾਲ ਕੀਤਾ ਜਾਏਗਾ। ਨੋਵਾਵੈਕਸ ਦੀ ਮੈਂ ਗੱਲ ਕੀਤੀ ਹੈ 95.6% ਓਵਰਆਲ ਇਫੈਕਟਿਵ, 86% ਜਿਹੜਾ ਬ੍ਰਿਟਿਸ਼ ਦਾ ਰੂਪਾਂਤਰ ਆ, 60% ਜਿਹੜਾ ਸਾਊਥ ਅਫਰੀਕਨ ਰੂਪਾਂਤਰ ਆ ਉਹਦੇ ਅਗੇਂਸਟ ਵੀ। ਤੇ ਡਾਕਟਰ ਸਾਹਿਬ ਇਹਦੇ ਨੋਮਨਕਲੇਚਰ ਬਾਰੇ ਕਾਫੀ ਰੌਲਾ ਗੋਲਾ ਪੈ ਰਿਹਾ। ਕੋਵਿਡ ਨੂੰ ਪਹਿਲਾਂ ਕਰੋਨਾ ਕਹਿੰਦੇ ਸੀ, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਇਹਨੂੰ ਚਾਈਨਾ ਵਾਇਰਸ ਕਹਿੰਦੇ ਸੀ। ਹੁਣ ਦੇਸ਼ਾਂ ਦੇ ਨਾਂ ਦੇ ਉੱਤੇ ਵਾਇਰਸ ਦੇ ਨਾਂ ਆ ਰਹੇ ਕਿ ਇਹ ਜਿਹੜੀ ਯੂਕੇ ਸਟ੍ਰੇਨ ਆ, ਇਹ ਬ੍ਰਾਜ਼ੀਲ ਸਟ੍ਰੇਨ ਆ। ਇਹ ਨੋਮਨਕਲੇਚਰ ਕਿੱਦਾਂ ਹੁੰਦਾ? ਉਹ ਕਈ ਦੇਸ਼ ਬੜਾ ਗੁੱਸਾ ਕਰਦੇ ਇਸ ਗੱਲ ਦਾ ਵੀ ਤੁਸੀਂ ਸਾਡੇ ਨਾਂ ਦੇ ਉੱਤੇ ਵਾਇਰਸ ਦਾ ਨਾਂ ਰੱਖ ਰਹੇ ਹੋ, ਜਿੱਦਾਂ ਚਾਈਨਾ ਵਾਇਰਸ ਦੇ ਬਾਰੇ ਬਹੁਤ ਸਾਰਾ ਰੌਲਾ ਗੋਲਾ ਪਿਆ ਸੀ। ਇਹ ਨੋਮਨਕਲੇਚਰ ਕਿੱਦਾਂ ਕੀਤਾ ਜਾਂਦਾ ਜੀ? ਪਤਾ ਕੀ ਆ, ਜਦੋਂ ਨਾ 100 ਸਾਲ ਪਹਿਲਾਂ ਸਪੈਨਿਸ਼ ਫਲੂ ਦੀ ਜਿਹੜੀ ਆਪਾਂ ਗੱਲ ਕਰਦੇ, ਦੇਖੋ ਸਾਰਿਆਂ ਨੂੰ ਨਾਂ ਚੰਬੜ ਗਿਆ ਸਪੈਨਿਸ਼ ਫਲੂ। ਸਪੇਨ ਤੋਂ ਤਾਂ ਉਹ ਸ਼ੁਰੂ ਵੀ ਨਹੀਂ ਹੋਇਆ, ਨਾ ਉਹਦਾ ਜਿਵੇਂ ਬਦਨਾਮ ਹੋ ਗਿਆ। ਲੱਗਦਾ ਵੀ ਅਮਰੀਕਾ ਤੋਂ ਹੀ ਸ਼ੁਰੂ ਹੋਇਆ ਸੀ, ਲੇਕਿਨ ਕੁਝ ਵਜ੍ਹਾ ਕਰਕੇ ਇੱਕ ਨਾਂ ਜਿਹੜਾ ਚੰਬੜ ਗਿਆ ਵੀ ਸਪੈਨਿਸ਼ ਫਲੂ, ਉਹ ਇਤਿਹਾਸ ਦੇ ਪੰਨਿਆਂ 'ਚ ਲਿਖਿਆ ਗਿਆ, ਮੈਡੀਕਲ ਬੁੱਕਸ 'ਚ ਲਿਖਿਆ ਗਿਆ। ਸੇਮ ਚੀਜ਼ ਜਦੋਂ ਵੁਹਾਨ ਤੋਂ ਸ਼ੁਰੂ ਗਿਆ, ਜਦੋਂ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਸੀ ਚਾਈਨਾ ਵਾਇਰਸ, ਕੋਈ ਵੁਹਾਨ ਵਾਇਰਸ, ਕੋਈ ਵੱਖ-ਵੱਖ। ਸੋ ਉਦੋਂ WHO ਦੇ ਸਾਇੰਟਿਸਟ ਨੇ ਕਿਹਾ ਵੀ ਨਹੀਂ, ਇਹਦਾ ਜਿਹੜਾ ਕੋਰੋਨਾ ਵਾਇਰਸ ਆ ਉਹ 2019 ਦੇ ਦਸੰਬਰ 'ਚ ਮਿਲਿਆ, ਇਸ ਲਈ ਇਹਨੂੰ ਕੋਰੋਨਾ ਵਾਇਰਸ ਇਨਫੈਕਸ਼ੀਅਸ ਡਿਜ਼ੀਜ਼ ਐਕਚੁਅਲੀ ਬਣਦਾ। COVID ਦਾ ਮਤਲਬ ਆ ਕੋਰੋਨਾ ਵਾਇਰਸ ਇਨਫੈਕਸ਼ੀਅਸ ਡਿਜ਼ੀਜ਼ 2019। ਹੁਣ ਪੰਗਾ ਪੈ ਗਿਆ ਵੀ ਜਿਹੜਾ ਬ੍ਰਿਟੇਨ ਦਾ ਸੀ ਉਹਨਾਂ ਨੇ B117 ਰੱਖਤਾ, ਸਾਊਥ ਅਫਰੀਕਨ ਨੇ ਮੇਰੇ ਖਿਆਲ ਨਾਲ 152 ਰੱਖਤਾ, ਬ੍ਰਾਜ਼ੀਲ ਨੇ ਇੱਕ ਹੋਰ ਟਾਈਟਲ ਰੱਖਿਆ। ਸੋ ਮੇਰੇ ਖਿਆਲ 'ਚ ਇਹਦਾ ਨੋਮਨਕਲੇਚਰ ਚੇਂਜ ਕਰਨਾ ਚਾਹੀਦਾ ਵੀ ਵੇਰੀਐਂਟਸ ਆਪਾਂ ਕਹਿਣੇ ਚਾਹੀਦੇ ਆ, ਹਨਾ। ਔਰ ਆਪਾਂ ਕਹਿ ਸਕਦੇ ਆ ਜਿਹੜਾ ਬ੍ਰਿਟੇਨ ਦਾ ਸੀ ਉਹ 17ਵਾਂ ਰੂਪਾਂਤਰ ਸੀ, ਜਿਹੜਾ ਸਾਊਥ ਅਫਰੀਕਾ ਨੂੰ 18ਵਾਂ ਤੇ ਜਿਹੜਾ ਬ੍ਰਾਜ਼ੀਲ ਦਾ 19ਵਾਂ। ਇਸ ਤੋਂ ਬਾਅਦ ਵੀ ਹੋਰ ਰੂਪਾਂਤਰ ਆਣਗੇ, ਇਹਦੇ ਵੇਰੀਐਂਟਸ ਆਣਗੇ। ਸੋ ਮੇਰੇ ਖਿਆਲ ਨਾਲ ਨੰਬਰਿੰਗ ਬੈਟਰ ਆ ਬਜਾਏ ਕਿ ਆਪਾਂ ਉਹ, ਕਿਉਂਕਿ ਸਾਡਾ ਧਿਆਨ ਚਲੇ ਜਾਂਦਾ ਉਸੇ ਵੇਲੇ ਸਾਊਥ ਅਫਰੀਕਾ 'ਚ, ਬ੍ਰਾਜ਼ੀਲ 'ਚ ਜਾਂ UK 'ਚ। ਔਰ ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਕਾਫੀ ਕੰਟਰੀਆਂ ਮਾਈਂਡ ਵੀ ਕਰਦੀਆਂ ਕਿਉਂਕਿ ਥੋੜੀ ਨਮੋਸ਼ੀ ਦੀ ਗੱਲ ਵੀ ਹੁੰਦੀ ਆ, ਬਦਨਾਮੀ ਦੀ ਵੀ ਗੱਲ ਹੁੰਦੀ ਆ। ਸੋ ਕਿਤੇ ਨਾ ਕਿਤੇ ਸਾਨੂੰ ਮੈਡੀਕਲ ਟੈਕਸਟ ਔਰ ਦੂਜੀਆਂ ਚੀਜ਼ਾਂ ਰਿਵਾਈਜ਼ ਕਰਨੀਆਂ ਚਾਹੀਦੀਆਂ। WHO ਨੂੰ ਇਹਦੇ ਉੱਤੇ ਲੈ ਕੇ ਆਉਣਾ ਚਾਹੀਦਾ ਔਰ ਮੇਰੇ ਖਿਆਲ ਨਾਲ ਉਹਨਾਂ ਦੀ ਕਮੇਟੀ ਇਹਦੇ ਉੱਤੇ ਸੋਚ ਵੀ ਰਹੀ ਹੋਏਗੀ। ਔਰ ਕਿਉਂਕਿ ਜਦੋਂ ਸਟਾਰਟ ਹੋਇਆ ਤੁਸੀਂ ਦੇਖੋ ਐਂਡ ਆਫ ਜਨਵਰੀ 'ਚ ਇਹਦਾ ਨਾਮ COVID-19 ਰੱਖਿਆ ਗਿਆ ਸੀ, ਮਹੀਨਾ ਕੁ ਹੋ ਗਿਆ ਸੀ, ਇਹ ਅਟੇ ਸਟੇ ਹੀ ਇਹਦਾ ਨਾਮ ਤੁਰਿਆ ਜਾਂਦਾ ਸੀ ਉਦੋਂ। ਡਾਕਟਰ ਸਾਹਿਬ ਆਖਰੀ ਸਵਾਲ ਜੀ, ਤੁਹਾਡੇ ਨਾਲ ਪ੍ਰੋਗਰਾਮ ਕਰਦਿਆਂ ਨੂੰ ਸਾਲ ਤੋਂ ਜ਼ਿਆਦਾ ਹੋ ਗਿਆ ਇਸ ਕੋਵਿਡ ਦੇ ਉੱਤੇ। ਮੁੜ ਕੇ ਜਦੋਂ ਕੋਵਿਡ ਦੀ ਲਪੇਟ 'ਚ ਆਏ ਆ, ਇੱਕ ਚਾਹੇ ਲੋਕ ਕਹਿ ਲਓ ਜਾਂ ਆਪਣੇ ਆਪ ਨੂੰ ਕਹਿ ਲਓ, ਇਹਦਾ ਡਰ ਜਾ ਇੱਕ ਫਿਰ ਵੀ ਜ਼ਰੂਰ ਹੈਗਾ ਜਦੋਂ ਕੋਈ ਤੁਹਾਨੂੰ ਪੁੱਛਦਾ ਹੈ ਕੋਵਿਡ ਹੋ ਗਿਆ, ਅੱਛਾ ਤੁਹਾਨੂੰ ਕੋਵਿਡ ਹੋ ਗਿਆ। ਹਾਲਾਂਕਿ ਪਤਾ ਹੈ ਸਾਰਿਆਂ ਨੂੰ ਹੋ ਚੁੱਕਾ ਹੈ, ਆਲੇ ਦੁਆਲੇ ਬਹੁਤਿਆਂ ਨੂੰ ਹੋ ਜਾਣਾ, ਕੋਈ ਏਡੀ ਗੱਲ ਨਹੀਂ ਹੈ। ਪਰ ਫਿਰ ਵੀ ਇੱਕ ਵਾਰੀ ਮਨੋਬਲ ਜਿਹਾ ਬੰਦੇ ਦਾ ਡਿੱਗਦਾ ਆ, ਖਾਸ ਕਰ ਜਦੋਂ ਕੁਆਰੰਟਾਈਨ ਕਰਦਾ ਵੀ ਇਕੱਲਾ ਹੀ ਹੈਗਾ। ਉਹਨੂੰ ਮਨੋਬਲ ਨੂੰ ਕਿੱਦਾਂ ਉੱਚ ਰੱਖਿਆ ਜਾਵੇ ਤੇ ਇਹਦੇ ਡਰ ਤੋਂ ਕਿੱਦਾਂ ਬਚਿਆ ਜਾਵੇ? ਬਹੁਤ ਸੋਹਣਾ ਕੁਐਸਚਨ ਹੈਗਾ ਤੁਹਾਡਾ। ਔਰ ਰਿਸਰਚ ਵੀ ਆ ਰਹੀ ਆ ਵੀ 21% ਕੈਨੇਡੀਅਨ ਕਹਿ ਰਿਹਾ ਵੀ ਸਾਡੀ ਮਾਨਸਿਕ ਸਥਿਤੀ ਜਿਹੜੀ ਹੈ ਬੜੀ ਮਤਲਬ ਬਿਖਮ ਹੋ ਚੁੱਕੀ ਹੈ, ਡਾਵਾਂਡੋਲ ਆ। ਕਰੀਬਨ 41% ਕਹਿੰਦੇ ਆ ਨਾ ਅਸੀਂ ਚੰਗੇ ਆ ਨਾ ਅਸੀਂ ਮਾੜੇ ਆ, ਵਿੱਚ ਵਿਚਾਲੇ ਤੁਰੀ ਜਾਂਦੇ ਆ। ਸੋ ਤੁਸੀਂ ਕਹਿ ਲਓ ਵੀ ਸਿਰਫ 29% ਕੈਨੇਡੀਅਨ ਆ ਜਿਹੜੇ ਕਹਿ ਰਹੇ ਵੀ ਠੀਕ ਆ ਕੋਈ ਗੱਲ ਨਹੀਂ। ਸੋ 2/3 ਕੈਨੇਡਾ ਜਿਹਨੂੰ ਹੋਇਆ ਨਹੀਂ ਹੋਇਆ, ਉਹ ਇਹਦੇ ਡਰ ਤੋਂ, ਉਹਨੂੰ ਚਿੰਤਾ ਆ, ਐਂਗਜ਼ਾਇਟੀ ਆ। ਦੇਖੋ ਮਹਾਰਾਜ ਕਹਿੰਦੇ ਆ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ ਹੁੰਦਾ।
तुद सब कुछ जी मैनू सौंपिया जां तेरा बंदा। अगर साडा फेथ है, साडा बिलीफ है, जां तू परमेश्वर ਨੂੰ ਆਰਾਧਨਾ ਕਰਨੀ ਮੇਰੇ ਵੱਲ ਹੈ, ਤਾਂ ਕਿਆ ਮੋਸ਼ਨ ਦਾ ਮੈਨੂੰ ਕੋਈ ਟੱਚ ਹੀ ਨਹੀਂ ਕਰ ਸਕਦਾ। ਜਿੱਦਾਂ ਹੁਣ ਤੁਸੀਂ ਦੇਖੋ ਤੁਹਾਨੂੰ ਕੋਵਿਡ ਹੋ ਗਿਆ, ਕੀ ਹੋਇਆ? ਚੰਗੇ ਭਲੇ ਹੈਗੇ, ਤੁਹਾਨੂੰ ਜੀ ਹੋਣਾ ਵੀ ਕੁਝ ਨਹੀਂ, ਕੋਈ ਸਿੰਪਟਮਸ ਨਹੀਂ। ਤੁਧ ਸਭ ਕੁਝ ਮੈਨੂੰ ਸੌਂਪਿਆ। ਦੇਖੋ ਇਹ ਸਰੀਰ ਜਿਹੜਾ ਪਿੰਡ ਆ, ਜਿਹੜੇ ਪ੍ਰਾਣ ਆ, ਜਿਹੜੀ ਆਤਮਾ ਪਰਮੇਸ਼ਰ, ਤੂੰ ਸਭ ਕੁਝ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਅਗਰ ਮੈਂ ਬੰਦਾ ਬਣ ਕੇ ਰਵਾਂ, ਇਨਸਾਨ ਬਣ ਕੇ ਰਵਾਂ, ਤੇਰਾ ਮੁਰੀਦ ਬਣ ਕੇ ਰਵਾਂ, ਗੁਲਾਮ ਬਣ ਕੇ ਰਵਾਂ, ਸਲੇਵ ਬਣ ਕੇ ਰਵਾਂ, ਤਾਂ ਪਰਮੇਸ਼ਰ ਹਮੇਸ਼ਾ ਝੋਲੀਆਂ ਭਰਦਾ ਜਾਊਗਾ, ਕਿਉਂਕਿ ਅੰਤਰਾ ਮੈਂ ਹੋਰ ਤੂੰ ਦਾ ਹੀ ਆ। ਜਦੋਂ ਮੈਂ ਆਪਣੀ ਮੈਂ ਛੱਡ ਜੀ ਦੂੰਗਾ, ਉਦੋਂ ਤੂੰ ਹੀ ਆ। ਸੋ ਲੰਬਾ ਸ਼ਬਦ ਹੈ, ਮੈਂ ਇਹ 'ਚ ਡਿਸਕਸ਼ਨ ਨਹੀਂ ਕਰਨੀ। ਸੋ ਇਸ ਲਈ ਆਪਾਂ ਪਰਮੇਸ਼ਰ ਦੀ ਆਰਾਧਨਾ ਕਰੀਏ, ਸ਼ਬਦ ਗੁਰੂ ਦੇ ਨਾਲ ਜੁੜੀਏ, ਕਿਉਂਕਿ ਜੀ ਬਾਣੀ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡਵਰ ਨਾ ਕੋਈ। ਸੋ ਬਾਣੀ ਦੇ ਨਾਲ ਜੁੜੋ, ਬਾਣੀ ਨਿਰੰਕਾਰ ਹੈ, ਨਿਰੰਕਾਰ ਦੇ ਨਾਲ ਜੁੜੋਗੇ, ਤੁਹਾਨੂੰ ਅੰਦਰੋਂ ਵੀ ਸਕੂਨ ਔਰ ਸ਼ਾਂਤੀ ਮਿਲੂਗਾ, ਚਿੰਤਾਵਾਂ ਤੁਹਾਡੀਆਂ ਦੂਰ ਹੋਣਗੀਆਂ। ਕੋਵਿਡ ਦੇ ਦਿਨ ਨੇੜੇ ਆ ਰਹੇ ਆ, ਇਹ ਖਤਮ ਹੋਊਗਾ। ਪੈਂਡੇਮਿਕ ਥੋੜਾ ਐਂਡੇਮਿਕ ਸੁਲਗਦਾ ਰਹੂਗਾ, ਜਿੱਦਾਂ ਫਲੂ ਦਾ ਜਿਹੜਾ ਹਰ ਸਾਲ ਆਪਾਂ ਦੇਖਦੇ ਹੀ ਆ, ਐਡਮਿਸ਼ਨਸ ਜੀ ਹੁੰਦੀਆਂ, ਨਿਮੋਨੀਆ ਹੁੰਦੇ ਆ, ਸਾਰਾ ਕੁਝ ਇਹ ਵੀ ਚੱਲਦਾ ਰਹੂਗਾ ਸਿਲਸਿਲਾ। ਲੇਕਿਨ ਅਸੀਂ ਆਪਣੇ ਬੈਕ ਟੂ ਲਾਈਫਸਟਾਈਲ ਜਾ ਸਕਦੇ ਹਾਂ, ਅਗਰ ਅਸੀਂ ਵੈਕਸੀਨੇਸ਼ਨ ਸਾਰੇ ਲਾਈਏ, ਸਾਰੇ ਪ੍ਰੋਟੈਕਟਡ ਹੋਈਏ, ਤਾਂ ਕਿ ਅਸੀਂ ਬੈਕ ਟੂ ਜਿਹੜੀਆਂ ਚੀਜ਼ਾਂ ਮੰਨਦੇ ਸੀ, ਟਰੈਵਲਿੰਗ ਦੀ, ਇੱਕ ਦੂਜੇ ਨੂੰ ਮਿਲਣ ਦੀ, ਫੰਕਸ਼ਨਸ ਦੀ, ਲੇਕਿਨ ਉਹ ਸਾਰੀਆਂ ਚੀਜ਼ਾਂ ਅਗਲੇ ਸਾਲ ਹੀ ਹੋਣਗੀਆਂ। ਤਦ ਤੱਕ ਸਾਨੂੰ ਇਖਤਿਆਰ ਵਰਤਣਾ ਪੈਣਾ, ਔਰ ਅੱਛੇ ਦਿਨ ਜ਼ਰੂਰ ਹੋਣਗੇ। ਕੋਵਿਡ ਦਾ ਖਾਤਮਾ ਹੋ ਜਾਊਗਾ, ਇਹਦੇ ਉੱਤੇ ਸਾਨੂੰ ਭਰੋਸਾ ਹੋਣਾ ਚਾਹੀਦਾ। ਔਰ ਦੇਖੋ ਵਿਖਮ ਟਾਈਮ ਆਉਂਦੇ ਆ, ਔਰ ਹਰ ਕੌਮ ਤੇ ਆਉਂਦੇ ਆ, ਜੀ ਹਰ ਵਿਅਕਤੀ 'ਚ ਆਉਂਦੇ ਆ, ਲੇਕਿਨ ਅਸੀਂ ਅਗਰ ਜਿੱਥੇ ਸਾਲ ਕੱਢਿਆ, 7-8 ਮਹੀਨੇ ਹੋਰ ਰਹਿ ਗਿਆ, ਸਾਰਿਆਂ ਨੂੰ ਟੀਕਾ ਲੱਗੂਗਾ, ਫ੍ਰੀ ਲੱਗੂਗਾ। ਜਦੋਂ ਤੁਹਾਡੀ ਵਾਰੀ ਆਏਗੀ ਤੁਹਾਨੂੰ ਸੂਚਨਾ ਦਿੱਤੀ ਜਾਊਗੀ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਮਿਹਰਬਾਨੀ ਜੀ, ਤੁਸੀਂ ਸਾਡੇ ਲਈ ਇੰਨੀ ਦੇਰ ਤੱਕ ਆਫਿਸ 'ਚ ਬੈਠੇ ਹੋ, ਖਾਸ ਤੌਰ ਤੇ ਬਹੁਤ ਬਹੁਤ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ। ਬਹੁਤ ਬਹੁਤ ਧੰਨਵਾਦ। ਖੁਸ਼ ਰਹੋ, ਆਬਾਦ ਰਹੋ, ਦੋਨੋਂ ਰਾਜੀ ਬਾਜੀ ਹੋ ਜਾਓ ਛੇਤੀ, ਤੇ ਦੁਬਾਰਾ ਕੈਮਰੇ ਦੇ ਨਾਲ ਫਿਰ ਬਾਹਰ ਮੁਲਾਕਾਤ ਕਰਾਂਗੇ ਕਿਤੇ। ਧੰਨਵਾਦ, ਥੈਂਕ ਯੂ ਜੀ। ਸ਼ੁਕਰੀਆ ਡਾਕਟਰ ਸਾਹਿਬ, ਥੈਂਕ ਯੂ ਜੀ। ਦੋਸਤੋ, ਅਸੀਂ ਡਾਕਟਰ ਪ੍ਰਗਟ ਸਿੰਘ ਭੁਰਜੀ ਉਹਨਾਂ ਦੇ ਨਾਲ ਗੱਲਬਾਤ ਕੀਤੀ। ਬਹੁਤ ਕਮਿਊਨਿਟੀ ਦੀ ਸੇਵਾ ਕਰਦੇ ਨੇ ਇਹ, ਲੰਬੇ ਸਮੇਂ ਤੋਂ ਸਾਡੇ ਨਾਲ ਕੋਵਿਡ ਦੇ ਉੱਤੇ ਅਪਡੇਟ। ਕਿਸੇ ਕੋਲੇ ਟਾਈਮ ਨਹੀਂ ਇੰਨਾ ਕਿ ਡਾਕਟਰ ਕੋਲੇ ਜਾ ਕੇ ਗੱਲਬਾਤ ਕਰੇ, ਡਾਕਟਰ ਫਿਜ਼ੀਕਲੀ ਮਿਲਦੇ ਨਹੀਂ ਆ, ਫੋਨ ਤੇ ਅਪਾਇੰਟਮੈਂਟਾਂ। ਪਰ ਡਾਕਟਰ ਪ੍ਰਗਟ ਸਿੰਘ ਭੁਰਜੀ ਹਮੇਸ਼ਾ ਸਾਨੂੰ ਸਾਡੀ ਜ਼ੁਬਾਨ ਦੇ ਵਿੱਚ ਸਮਝਾਉਂਦੇ ਨੇ, ਇਹਦੇ ਬਾਰੇ ਜਾਣਕਾਰੀ ਦਿੱਤੀ ਹੈ। ਇਹਨਾਂ ਦਾ ਖਾਸ ਤੌਰ ਤੇ ਧੰਨਵਾਦ। ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ, ਇੱਕ ਨਵੀਂ ਸ਼ਖਸੀਅਤ ਦੇ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।